प्रोग्राम ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਇੱਕ ਅਹਿਮ ਮਸਲੇ ਤੇ। ਕੁਝ ਸਾਲ ਪਹਿਲਾਂ ਜਿਹੜਾ ਇੱਕ ਵਿਧਾਨ ਸਭਾ ਦੇ ਵਿੱਚ ਦੇਖਣ ਨੂੰ ਲੜਾਈ ਮਿਲੀ ਸੀ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦੀ, ਜਿਹੜੀ ਕਿ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਹੁਣ ਇੱਕ ਵਾਰ ਫਿਰ ਤੋਂ ਬਾਹਰ ਉਹੀ ਲੜਾਈ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਲੜਾਈ ਬਿਲਕੁਲ ਆਮੋ ਸਾਹਮਣੇ ਤਾਂ ਨਹੀਂ ਨੇ, ਪਰ ਆਮਣੇ ਸਾਹਮਣੇ ਤੇ ਘੱਟ ਵੀ ਨਹੀਂ ਨੇ। ਬਿਕਰਮ ਸਿੰਘ ਮਜੀਠੀਆ ਮਾਪਨਾ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਕੋਈ ਨਾ ਕੋਈ ਗੱਲ ਕਹਿੰਦੇ ਨੇ ਬਿਕਰਮ ਸਿੰਘ ਮਜੀਠੀਆ ਦੇ, ਤਾਂ ਤੁਰੰਤ ਬਿਕਰਮ ਸਿੰਘ ਮਜੀਠੀਆ ਵੀ ਉਹਦਾ ਜਵਾਬ ਦਿੰਦੇ ਆ ਰਹੇ ਨੇ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹੀ ਚੱਲਦਾ ਆ ਰਿਹਾ ਕਿ ਸਵੇਰੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਬਿਕਰਮ ਸਿੰਘ ਮਜੀਠੀਆ ਤੇ ਕੋਈ ਗੱਲ ਕਹਿੰਦੇ ਨਹੀਂ, ਦੁਪਹਿਰ ਤੱਕ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਬਿਆਨ ਉਹ ਲਾਜ਼ਮੀ ਆ ਜਾਂਦਾ। ਤੇ ਹੁਣ ਤਾਂ ਜਿਹੜੇ ਸ਼ਬਦਾਂ ਦੀ ਮਰਿਆਦਾ ਵੀ ਦੋਨੇ ਲੀਡਰ ਜਿਹੜੇ ਭੁੱਲਦੇ ਜਾ ਰਹੇ ਆ। ਤੇ ਇੱਕ ਕਹਿੰਦਾ ਹੈ ਕਿ ਮੈਂ ਪੁੱਠਾ ਟੰਗ ਦੂੰ, ਦੂਜਾ ਕਹਿੰਦਾ ਕਿ ਮੈਂ ਤੇਰੀ ਧੌਣ ਤੇ ਗੋਡਾ ਰੱਖ ਦਿਉ, ਤੇ ਮੈਂ ਕੀ ਕਹਿੰਦੇ ਤੁਸੀਂ ਪੜ੍ਹ ਵੀ ਸਕਦੇ ਹੋ ਮੇਰੇ ਪਿੱਛੇ ਜੋ ਕੁਝ ਲਿਖਿਆ ਹੈ। ਮਜੀਠੀਆ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਤੇ ਤੂੰ ਦੁਬਾਰਾ ਵੀ ਜੰਮ ਲਵੇ ਸਿੱਧੂ ਤਾਂ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ। ਤਾਂ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ ਮਜੀਠੀਆ ਨੂੰ ਅੰਦਰ ਕਰ ਦੂੰ, ਮੈਂ ਵਿਧਾਇਕਾਂ ਦੀ ਮਦਦ ਦੇ ਨਾਲ ਅੰਦਰ ਕਰ ਦੂੰ, ਕੈਪਟਨ ਅਮਰਿੰਦਰ ਸਿੰਘ ਤੋਂ ਕੁਝ ਕਰ ਨਹੀਂ ਹੋ ਪਾ ਰਿਹਾ, ਜੇ ਤੁਸੀਂ ਨਹੀਂ ਕਰਨਾ ਤਾਂ ਮੈਂ ਕਰ ਦੂੰ। ਤਾਂ ਦੂਜੇ ਪਾਸੇ ਸਿੱਧੇ ਤੌਰ ਤੇ ਹੁਣ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਚੈਲੰਜ ਕਰ ਦਿੱਤਾ ਗਿਆ ਕਿ ਜੇ ਇਹ ਦੁਬਾਰਾ ਵੀ ਜਨਮ ਲੈ ਲਵੇ ਤਾਂ ਵੀ ਮੈਨੂੰ ਜਿਹੜਾ ਕੁਝ ਕਰ ਨਹੀਂ ਸਕਦਾ, ਕਿਉਂਕਿ ਉਹ ਕਹਿੰਦੇ ਕਿ ਮੈਂ ਸੱਚਾ। ਇਹ ਤਾਂ ਹੁਣ ਰੱਬ ਹੀ ਜਾਣਦਾ ਹੈ ਕਿ ਦੋਵਾਂ ਦੇ ਵਿੱਚੋਂ ਸੱਚਾ ਕਿਹੜਾ ਹੈ। ਵਾਕਈ ਹੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਲਜ਼ਾਮ ਸੱਚੇ ਨੇ ਜਾਂ ਫਿਰ ਕੀ ਕਹਿੰਦੇ ਹੁੰਦੇ ਆ ਕਿ ਸਿਰਫ ਸਿਆਸਤ ਦੇ ਲਈ ਇਲਜ਼ਾਮ ਵਰਤੇ ਗਏ ਨੇ। ਪਰ ਨਵਜੋਤ ਸਿੰਘ ਸਿੱਧੂ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆ ਰਹੇ ਨੇ ਪਿਛਲੇ ਕਈ ਦਿਨਾਂ ਤੋਂ, ਤੇ ਉਹ ਕਹਿ ਵੀ ਰਹੇ ਨੇ ਕਿ ਮੈਂ ਤੱਥਾਂ ਦੇ ਆਧਾਰ ਤੇ ਹੀ ਗੱਲ ਜਿਹੜੀ ਹੈ ਉਹ ਕਰ ਰਿਹਾ। ਤੇ ਕੁਝ ਰਿਪੋਰਟ ਵੀ ਉਹਨਾਂ ਦੇ ਵੱਲੋਂ ਨਸ਼ਰ ਕੀਤੀ ਗਈ ਸੀ ਕੁਝ ਦਿਨ ਪਹਿਲਾਂ, ਤੇ ਉਧਰੋਂ ਉਸੇ ਰਿਪੋਰਟ ਦੇ ਕਰਕੇ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਗਈ ਹੈ। ਇਸ ਪੂਰੇ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਮਾਮਲਾ ਡਰੱਗਸ ਦਾ ਜਾਂ ਫਿਰ ਬੇਅਦਬੀਆਂ ਦਾ, ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਚੱਲੇ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਘੇਰ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਰਕਾਰ ਇਹਨਾਂ ਮਾਮਲਿਆਂ ਨੂੰ ਨਿਬੇੜੇਗੀ ਜਾਂ ਫਿਰ ਇਸੇ ਤਰੀਕੇ ਦੇ ਨਾਲ ਬਿਆਨਬਾਜ਼ੀਆਂ ਚੱਲਦੀਆਂ ਰਹਿਣਗੀਆਂ ਤੇ ਸਿਆਸਤ ਹੁੰਦੀ ਰਹੇਗੀ। ਕਿਉਂਕਿ ਇਹਨਾਂ ਦੋਵਾਂ ਲੀਡਰਾਂ ਨੂੰ ਕੋਈ ਫਰਕ ਪੈਂਦਾ ਹੋਵੇ ਜਾਂ ਨਾ ਪੈਂਦਾ ਹੋਵੇ, ਦੋਵਾਂ ਪਾਰਟੀਆਂ ਨੂੰ ਕੋਈ ਫਰਕ ਪੈਂਦਾ ਹੋਵੇ ਜਾਂ ਨਾ ਪੈਂਦਾ ਹੋਵੇ, ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਜ਼ਰੂਰ ਜਾਂਦਾ ਹੈ। ਕਿਉਂਕਿ ਇਹੋ ਜਿਹੀਆਂ ਬਿਆਨਬਾਜ਼ੀਆਂ ਦੇ ਨਾਲ ਜਿਹੜੇ ਪੰਜਾਬ ਦੇ ਅਸਲੀ ਮੁੱਦੇ ਨੇ, ਲੋਕਾਂ ਦੇ ਅਸਲੀ ਮੁੱਦੇ ਨੇ, ਉਹ ਜਿਹੜੇ ਆ ਉਹ ਦੱਬੇ ਜਾ ਰਹੇ ਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਦੋਂ ਤੱਕ ਇਹ ਮਾਮਲੇ ਜਿਹੜੇ ਸੁਲਝ ਜਾਣਗੇ ਜਾਂ ਫਿਰ ਸਿਆਸਤ ਹੋਣਗੇ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਨਾਲ ਸਵਾਗਤ ਕਰਦੇ ਹਾਂ। ਅਣਖੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ ਪ੍ਰੋਗਰਾਮ ਆ ਤੁਸੀਂ ਫੇਸਬੁੱਕ ਅਤੇ YouTube ਦੇ ਉੱਪਰ ਜਿਹੜਾ ਲਾਈਵ ਦੇਖ ਰਹੇ ਹੋ। ਤੁਸੀਂ ਵੀ ਜੇ ਕੋਈ ਆਪਣਾ ਸਵਾਲ ਹੈ ਤਾਂ ਕਮੈਂਟਾਂ ਦੇ ਜ਼ਰੀਏ ਜਿਹੜਾ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ, ਤੇ ਅਸੀਂ ਜਿਹੜਾ ਉਹ ਤੁਹਾਡੇ ਉੱਤਰ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਤੁਸੀਂ ਕਮੈਂਟਾਂ ਦੇ ਜ਼ਰੀਏ ਚਾਹੇ ਫੇਸਬੁੱਕ ਤੇ ਚਾਹੇ YouTube ਤੇ ਦਰਸ਼ਕ ਜਿੱਥੇ ਵੀ ਦੇਖ ਰਹੇ ਹੋਣ, ਉਹ ਆਪਣੇ ਕਮੈਂਟ ਦੇ ਜ਼ਰੀਏ ਇਸ ਦੇ ਵਿੱਚ ਸਵਾਲ ਰੱਖ ਸਕਦੇ ਨੇ, ਤੇ ਅਸੀਂ ਜਿਹੜਾ ਉਸ ਤੇ ਵੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਅਣਖੀ ਜੀ, ਕਿਵੇਂ ਦੇਖਦੇ ਹੋ ਕਿ ਸਭ ਤੋਂ ਪਹਿਲਾਂ ਤਾਂ ਇਹ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਆ ਰਹੀਆਂ ਨੇ ਪਿਛਲੇ 4.5 ਸਾਲਾਂ ਤੋਂ, ਸਿਰਫ ਔਰ ਸਿਰਫ ਬਿਆਨਬਾਜ਼ੀਆਂ ਹੁੰਦੀਆਂ ਆ ਰਹੀਆਂ। ਕਾਂਗਰਸ ਸਰਕਾਰ ਦੇ ਕੁਝ ਵੱਡੇ ਲੀਡਰ ਸਮੇਤ ਨਵਜੋਤ ਸਿੰਘ ਸਿੱਧੂ ਮੰਨਦੇ ਨੇ ਕਿ ਸਰਕਾਰ ਜਿਹੜੀ ਕਾਰਗੁਜ਼ਾਰੀ ਆਪਣੀ ਸਹੀ ਤਰੀਕੇ ਨਾਲ ਨਿਭਾ ਨਹੀਂ ਸਕੀ। ਪਰ ਬਿਆਨਬਾਜ਼ੀਆਂ ਤੋਂ ਕਾਂਗਰਸ ਨਾ ਤਾਂ ਪਿੱਛੇ ਹਟੀ ਹੈ, ਨਾ ਹੀ ਜਿਹੜੀ ਆਮ ਆਦਮੀ ਪਾਰਟੀ ਪਿੱਛੇ ਹਟੀ ਹੈ, ਨਾ ਹੀ ਜਿਹੜੇ ਅਕਾਲੀ ਦਲ ਵਾਲੇ ਪਿੱਛੇ ਹਟੇ ਆ। ਪਰ ਮੁੱਦਾ ਹਾਲੇ ਤੱਕ ਸੁਲਝਿਆ ਕੋਈ ਨਹੀਂ। ਨਾ ਤਾਂ ਇਲਜ਼ਾਮ ਲਗਾਉਣ ਵਾਲਿਆਂ ਤੋਂ ਕੋਈ ਸੁਲਝਿਆ, ਤੇ ਨਾ ਹੀ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਨੇ ਤੇ ਸੱਤਾ ਦੀ ਚਾਬੀ ਜਿਨ੍ਹਾਂ ਦੇ ਹੱਥ ਹੈ, ਨਾ ਤਾਂ ਉਹਨਾਂ ਤੋਂ ਸੁਲਝਿਆ। ਕਿਵੇਂ ਦੇਖਦੇ ਹੋ ਕਿ ਇਹ ਸਿਰਫ ਇਲਜ਼ਾਮ ਹੀ ਲੱਗਦੇ ਰਹਿਣਗੇ ਜਾਂ ਫਿਰ ਮਾਮਲਾ ਕਿਸੇ ਤਣ ਪੱਤਰ ਵੀ ਲੱਗੂਗਾ? ਸੁਖਵਿੰਦਰ ਜੀ, ਗੱਲ ਪਹਿਲਾਂ ਤਾਂ ਮਾਫ ਕਰਨਾ, ਪਹਿਲਾਂ ਤਾਂ ਇਹਨਾਂ ਦੋਵਾਂ ਦੇ ਜਿਹੜੇ ਬਿਆਨ ਹੈ ਇੱਕ ਦੂਜੇ ਦੇ, ਇੱਕ ਤਾਂ ਪਹਿਲਾਂ ਉਹਨਾਂ ਤੇ ਆਪਾਂ ਚਰਚਾ ਕਰ ਲਈਏ ਕਿ ਕੀ ਇੱਕ ਦੂਜੇ ਦੇ ਬਿਆਨ ਆ ਤੇ ਕਿਵੇਂ ਪਹਿਲਾਂ ਤੁਸੀਂ ਇਹਨੂੰ ਦੇਖਦੇ ਆ, ਤਾਂ ਫਿਰ ਆਪਾਂ ਅੱਗੇ ਚੱਲਦੇ ਹਾਂ। ਜੀ, ਜਿਸ ਤਰੀਕੇ ਨਾਲ ਬਿਆਨ ਜਿਹੜੇ ਅੱਜ ਦੋ ਆਏ ਨੇ ਕਿ ਮੈਂ ਫੜ ਕੇ ਮਜੀਠੀਆ ਪੁੱਠਾ ਟੰਗ ਦੂੰਗਾ, ਦੂਜੇ ਪਾਸੇ ਮਜੀਠੀਆ ਸਾਹਿਬ ਇਹ ਕਹਿ ਰਹੇ ਨੇ ਕਿ ਤੂੰ ਦੁਬਾਰਾ ਜੰਪਾ, ਤੂੰ ਮੇਰਾ ਵਿਗਾੜ ਕੱਖ ਨਹੀਂ ਸਕਦਾ। ਸੋ ਇਹੋ ਜਿਹੀ ਜਿਹੜੀ ਇੱਕ ਮਰਿਆਦਾ ਰਹਿਤ ਜਿਹੜੀ ਭਾਸ਼ਾ ਆ ਉਹ ਦੋਵਾਂ ਨੇਤਾਵਾਂ ਵੱਲੋਂ ਜਿਹੜੀ ਆ ਉਹ ਵਰਤੀ ਜਾ ਰਹੀ ਆ, ਔਰ ਉਸ ਭਾਸ਼ਾ ਦੇ ਸੰਦਰਭ ਦੇ ਵਿੱਚ, ਬਿਆਨਾਂ ਦੇ ਸੰਦਰਭ 'ਚ ਪੰਜਾਬ ਦੇ ਲੋਕ ਸ਼ਾਇਦ ਇਹੋ ਜਿਹਾ ਕੁਝ ਸੁਣਨ ਦੇ ਆਦੀ ਹੋ ਚੁੱਕੇ ਆ। ਕਿਉਂਕਿ ਇੱਕ ਸਮਾਂ ਹੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਇਹੋ ਜਿਹੇ ਬਿਆਨ ਦਿੰਦੇ, ਮੈਂ ਫੜ ਕੇ ਖੁੰਡਾ ਫੇਰੂੰਗਾ, ਜੇ ਕਰ ਦੂੰਗਾ, ਬਲੂੰਗੜਾ ਹੈ, ਉਹ ਆਪਣੇ
ਸੁਖਬੀਰ ਬਾਦਲ ਦੇ ਸੰਦਰਭ 'ਚ ਉਹਨਾਂ ਨੇ ਇਹੋ ਜਿਹੇ ਜਿਹੜੇ ਬਿਆਨ ਸ਼ਬਦ ਜਿਹੜੇ ਵਰਤਦੇ ਰਹੇ, ਔਰ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੀ ਜਿਹੜੀ ਸ਼ਬਦਾਵਲੀ ਆ ਸ਼ਾਇਦ ਪਸੰਦ ਹੁੰਦੀ ਆ, ਔਰ ਉਸੇ ਲੀਡਰ ਨੂੰ ਉਹ ਆਪਣਾ ਨੇਤਾ ਮੰਨਦੇ ਨੇ ਕਿ ਜਿਹੜੇ ਇਹੋ ਜਿਹੀ ਸ਼ਬਦਾਵਲੀ ਵਰਤਦੇ ਨੇ। ਤਾਂ ਸ਼ਾਇਦ ਇਹੋ ਸੰਦਰਭਾਂ ਦੇ ਵਿੱਚ ਜਾਂ ਇਸੇ ਪ੍ਰਸੰਗ ਦੇ ਵਿੱਚ ਹੀ ਜੇਕਰ ਨਵਜੋਤ ਸਿੰਘ ਸਿੱਧੂ ਹੋਣਾ ਨੇ ਇਹ ਸ਼ਬਦਾਵਲੀ ਜਾਂ ਬਿਆਨ ਵਰਤਿਆ, ਤੇ ਦੂਜੇ ਪਾਸੇ ਬਿਕਰਮ ਮਜੀਠੀਆ ਨੇ ਹੋਰ ਦੋ ਪੈਰ ਗਾਂਹ ਜਾ ਕੇ ਇਹੋ ਜਿਹੀ ਜਿਹੜੀ ਸ਼ਬਦਾਵਲੀ ਵਰਤੀ ਆ। ਚਲੋ ਇਹ ਜਿਹੜੀ ਆਪਾਂ ਕਹਿ ਸਕਦੇ ਕਿ ਮਰਿਆਦਾ ਵਿੱਚ ਰਹਿ ਕੇ ਹੀ ਸਵਾਲ ਜਵਾਬ ਜਿਹੜੇ ਹੋਣੇ ਚਾਹੀਦੇ ਨੇ, ਪਰ ਸੁਖਵਿੰਦਰ ਜੀ ਗੱਲ ਇਹ ਹੈਗੀ ਹੈ ਕਿ ਜਦੋਂ ਹੁਣ ਸਵੈ ਦੀ ਲੜਾਈ ਬਣ ਜਾਏ, ਜਦੋਂ ਨਿੱਜ ਦੀ ਲੜਾਈ ਬਣ ਜਾਏ, ਫਿਰ ਮਰਿਆਦਾਵਾਂ ਰਹਿੰਦੀਆਂ ਨਹੀਂ, ਮਰਿਆਦਾਵਾਂ ਸਥਾਪਿਤ ਨਹੀਂ ਰਹਿੰਦੀਆਂ, ਫਿਰ ਸਵੈ ਦੀ ਜਿਹੜੀ ਆ ਉਹ ਜੰਗ ਜਿਹੜੀ ਆ ਉਹ ਹੋ ਜਾਂਦੀ ਆ। ਤੁਸੀਂ ਇਹ ਜਿਹੜੀ ਗੱਲ ਕਰ ਰਹੇ ਜੇ ਕਿ ਬਿਆਨ ਇੱਕ ਕੁਝ ਬਣੇਗਾ ਜਾਂ ਨਹੀਂ ਬਣੇਗਾ, ਕਿਸ ਤਰੀਕੇ ਦੀ ਗੱਲ ਤੁਸੀਂ ਬੜਾ ਇੱਕ ਵੱਡਾ ਪ੍ਰਸ਼ਨ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਪ੍ਰਸ਼ਨ ਹੈਗਾ। ਕਿਉਂਕਿ ਸਭ ਤੋਂ ਪਹਿਲਾਂ ਤਾਂ ਜੇਕਰ ਅਸੀਂ ਇਹ ਗੱਲ ਕਰੀਏ, ਤੁਸੀਂ ਗੱਲ ਕੀਤੀ ਕਿ 4.5 ਸਾਲ ਦੌਰਾਨ ਕੀਤਾ ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ, ਬਿਲਕੁਲ ਬੜਾ ਵੱਡਾ ਪ੍ਰਸ਼ਨ, ਕਿਉਂਕਿ 4.5 ਸਾਲ ਦੌਰਾਨ ਜਿਹੜੀ ਜਿੰਨੀ ਵੀ ਪ੍ਰਸ਼ਾਸਨਿਕ ਅਧਿਕਾਰ ਨੇ ਜਾਂ ਤਾਕਤ ਆ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਹੋਣਾ ਖੋ ਰਹੀ ਹੈ, ਔਰ ਅੱਜ ਦੀ ਤਰੀਕ ਵੀ ਉਹਨਾਂ ਕੋਲ ਹੈਗੀ ਆ। ਸਿਰਫ ਫਰਕ ਇੰਨਾ ਕੁ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਪਹਿਲਾਂ ਕੋਈ ਪੁੱਛ ਨਹੀਂ ਸੀ ਸਕਦਾ, ਹੁਣ ਇੱਕ ਪੁੱਛਣ ਵਾਲੇ ਦੇ ਰੂਪ 'ਚ ਪੰਜਾਬ ਪ੍ਰਧਾਨਗੀ ਕਾਂਗਰਸ ਦਾ ਜਿਹੜਾ ਪ੍ਰਧਾਨ ਆ ਉਹ ਉਹਨਾਂ ਨੂੰ ਪੁੱਛ ਰਿਹਾ, ਔਰ ਉਹਨਾਂ ਨੂੰ ਉਹਦੀ ਜ਼ਿੰਮੇਵਾਰੀ ਚੇਂਜ ਕਰਾ ਰਿਹਾ। ਪਰ ਅੱਜ ਦੀ ਤਰੀਕ ਤੱਕ ਵੀ ਜਿਹੜੀ ਜ਼ਿੰਮੇਵਾਰੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਆ ਕਿ ਉਹਨੇ ਜਿਹੜੇ ਮੁੱਦੇ ਉੱਠੇ ਸੀ, ਨਸ਼ਿਆਂ ਦਾ ਮੁੱਦਾ ਜਾਂ ਬਹਿਬਲ ਕਲਾਂ ਦਾ ਕੋਟਕਪੂਰਾ ਗੋਲੀकांड ਦਾ ਮੁੱਦਾ, ਉਸ ਸੰਦਰਭ ਵਿੱਚ ਜਿਸ ਤਰੀਕੇ ਨਾਲ ਅਕਾਲੀ ਲੀਡਰਾਂ ਦੇ ਨਾਮ ਆਏ, ਕਿਹੜਾ ਅਕਾਲੀ ਲੀਡਰ ਇਨਵੋਲਵ ਹੋਇਆ ਜਾਂ ਜਿਹਦੇ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਹੁਣੀ ਕਹਿੰਦੇ ਰਹੇ ਨਸ਼ਿਆਂ ਦੇ ਮਸਲੇ ਦੇ ਵਿੱਚ ਜਾਂ ਦੂਜੇ ਮਸਲੇ 'ਚ, ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਬਣਦੀ ਹੈ। ਪਰ ਜਦੋਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ 4.5 ਸਾਲ ਤੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕੇਵਲ ਇਹ ਜ਼ਿੰਮੇਵਾਰੀ ਨਹੀਂ, ਕੋਈ ਵੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਨਹੀਂ ਹੈਗੀ, ਤੇ ਨਾ ਹੀ ਉਹਨਾਂ ਨੂੰ ਕੋਈ ਪੁੱਛਣ ਵਾਲਾ ਸੀ। ਤੇ ਜੇਕਰ ਹੁਣ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੈਗਾ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਸਵਾਲ ਕੀਤੇ ਜਾਂਦੇ ਆ, ਤਾਂ ਇਹਦੇ ਨਾਲ ਕੁਦਰਤੀ ਤੌਰ ਤੇ ਜਿਹੜੀ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਹੈਗੀ ਹੈ ਕਟਹਿਰੇ 'ਚ ਖੜਾ ਹੁੰਦੀ ਹੈ, ਕਟਹਿਰੇ 'ਚ ਖੜੀ ਨਜ਼ਰ ਆਉਂਦੀ ਹੈ, ਔਰ ਲੋਕਾਂ ਨੇ ਸਵਾਲਾਂ ਦੇ ਜਵਾਬ ਦੇਣੇ ਉਸ ਦੀ ਬੁਨਿਆਦੀ ਜ਼ਿੰਮੇਵਾਰੀ ਹੈ। ਜਿਸ ਤਰੀਕੇ ਨਾਲ ਜਵਾਬ ਤੁਸੀਂ ਜਿਹੜਾ ਪ੍ਰਸ਼ਨ ਤੁਸੀਂ ਸਰਕਾਰ ਨੂੰ ਕੀਤਾ ਹੈਗਾ ਕਿ ਹੋਇਆ ਕਿਉਂ ਨਹੀਂ ਬਿਆਨਬਾਜ਼ੀ। ਹੁਣ ਅਗਲਾ ਸਵਾਲ ਜਿਹੜਾ ਇਹਦੇ ਨਾਲ ਹੀ ਜੁੜਦਾ, ਜਿਹੜਾ ਉਹ ਸੁਖਵਿੰਦਰ ਜੀ ਪ੍ਰਸ਼ਨ ਜਿਹੜਾ ਉਹਦਾ ਜਵਾਬ ਇਹ ਆ ਕਿ ਜਿਸ ਦਿਨ ਦਾ ਆਪਣੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਬਿਕਰਮਜੀਤ ਸਿੰਘ ਮਜੀਠੀਆ ਦੇ ਪ੍ਰਸੰਗ ਦੇ ਵਿੱਚ ਕੁਝ ਪ੍ਰਸ਼ਨ ਜਿਹੜੇ ਨੇ ਕਰਨੇ ਸ਼ੁਰੂ ਕੀਤੇ ਆ, ਜਿਸ ਤਰੀਕੇ ਨਾਲ ਬੜੇ ਵਧੀਆ ਤੁਸੀਂ ਗੱਲ ਕੀਤੀ ਕਿ ਸਵੇਰੇ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਸ਼ਾਮ ਨੂੰ ਬਿਕਰਮ ਸਿੰਘ ਮਜੀਠੀਆ ਕਰਨਾ ਸ਼ੁਰੂ ਕਰ ਦਿੰਦਾ। ਪਰ ਤੁਸੀਂ ਇੱਕ ਗੱਲ ਨੋਟ ਕੀਤੀ ਹੋਵੇਗੀ ਸੁਖਵਿੰਦਰ ਜੀ ਕਿ ਬਿਕਰਮਜੀਤ ਸਿੰਘ ਮਜੀਠੀਆ ਜਦੋਂ ਪ੍ਰੈਸ ਕਾਨਫਰੰਸ ਕਰਦਾ ਤਾਂ ਉਹ ਜਿਹੜੇ ਗੱਲਾਂ ਕਰਦਾ ਉਹਨਾਂ ਮੁੱਦਿਆਂ ਦੀ ਗੱਲ ਕਰਦਾ ਕਿ ਜਿਸ ਤਰ੍ਹਾਂ ਬਿਜਲੀ ਦਾ ਮੁੱਦਾ ਹੋ ਗਿਆ ਜਾਂ ਗੱਲ ਤੇ ਉਹ ਨਵਜੋਤ ਸਿੱਧੂ ਨੂੰ ਘੇਰਦਾ ਪਰਸਨਲੀ ਲੈਵਲ ਤੇ, ਨਿੱਜੀ ਲੈਵਲ ਤੇ ਉਹਦੇ ਬਿਆਨਾਂ ਦਾ। ਪਰ ਜੋ ਨਵਜੋਤ ਸਿੱਧੂ ਬਿਆਨ ਜਾਰੀ ਕਰਦਾ ਉਹਦੇ ਸੰਦਰਭ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਸਵਾਲਾਂ ਦੇ ਜਵਾਬ ਤੋਂ ਹਮੇਸ਼ਾ ਬਚਦੇ ਆ, ਨਾ ਹੀ ਉਹਨਾਂ ਦੀ ਕੋਈ ਚਰਚਾ ਛੇੜਦੇ ਆ, ਤੇ ਨਾ ਹੀ ਕੋਈ ਪੱਤਰਕਾਰ ਦੂਜੇ ਪਾਸੇ ਪੱਤਰਕਾਰ ਵੀ ਇੰਨੀ ਹਿੰਮਤ ਨਹੀਂ ਕਰਦਾ ਕਿ ਹਾਂ ਵੀ ਤੁਸੀਂ ਇਸ ਡਰੱਗ ਦੇ ਮਸਲੇ ਦੇ ਵਿੱਚ ਤੁਹਾਡਾ ਨਾਂ ਆ ਰਿਹਾ, ਤੁਸੀਂ ਪ੍ਰਸ਼ਨ ਦਾ ਜਵਾਬ ਦਿਓ। ਪਤਾ ਨਹੀਂ ਇਹ ਕੀ ਕਮਜ਼ੋਰੀਆਂ ਨੇ ਜਾਂ ਕੀ ਮੀਡੀਆ ਜਾਂ ਕਿਸ ਤਰੀਕੇ ਨਾਲ ਇਸ ਗੱਲ ਨੂੰ ਵੇਖਦਾ, ਕਿਉਂਕਿ ਤੁਸੀਂ ਦੇਖ ਲਓ ਕਿ ਜਿਸ ਤਰੀਕੇ ਦੇ ਇਹ ਦੋ ਕੋਟਕਪੂਰਾ ਬਹਿਬਲ ਖਾਨਾ ਗੋਲੀकांड, ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀ, ਦੂਸਰੇ ਬੰਨੇ ਡਰੱਗ ਦਾ ਮਸਲਾ, ਇਹ ਤਿੰਨ ਅਹਿਮ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਜਿਹੜੀ 2017 ਦੇ ਵਿੱਚ, ਕਾਂਗਰਸ ਪਾਰਟੀ ਜਿਹੜੀ 2017 ਦੇ ਵਿੱਚ ਆਪਣੀ ਸਰਕਾਰ ਜਿਹਨੇ ਪੰਜਾਬ 'ਚ ਬਣਾਈ, ਕੁਦਰਤੀ ਤੌਰ ਤੇ ਸਵਾਲ ਜਵਾਬ ਹੁੰਦੇ ਨੇ। ਨਵਜੋਤ ਸਿੰਘ ਸਿੱਧੂ ਰੋਜ਼ ਟਵੀਟਾਂ ਦੇ ਗੱਲ ਜਿਹੜੀ ਚਿੱਠੀ ਦੇ ਕੇ ਉਹਦੇ ਵਿੱਚ ਵੀ ਇਹ ਤਿੰਨ ਮੁੱਦੇ, ਪਰ ਅਕਾਲੀ ਦਲ ਵੱਲੋਂ ਕਦੇ ਵੀ ਇਹ ਜਿਹੜੇ ਦੋ ਮੁੱਦੇ ਨੇ ਇਹਨਾਂ ਦੇ ਸੰਬੰਧ ਦੇ ਵਿੱਚ ਗੱਲ ਹੀ ਨਹੀਂ ਕਰਦੇ, ਨਾ ਕਿ ਪ੍ਰਸ਼ਨ ਦਾ ਜਵਾਬ ਹੁੰਦਾ। ਕਿ ਮਤਲਬ ਤਾਂ ਕਿ ਜੇਕਰ ਜਿਸ ਤਰੀਕੇ ਨਾਲ ਜੋ ਸਿੱਧੂ ਨੂੰ ਡਰੱਗ ਦੇ ਮਸਲੇ 'ਚ ਗੱਲ ਕੀਤੀ ਆ ਤਾਂ ਡਰੱਗ ਦੇ ਮਸਲੇ 'ਚ ਘੱਟੋ ਘੱਟ ਤੁਸੀਂ ਆਪਣਾ ਪੱਖ ਤੇ ਪੇਸ਼ ਕਰੋ। ਬਿਕਰਮਜੀਤ ਸਿੰਘ ਮਜੀਠੀਆ ਆਪਣਾ ਪੱਖ ਤੇ ਪੇਸ਼ ਕਰ ਸਕਦਾ ਕਿ ਹਾਂ ਵੀ ਮੇਰੀ ਕੋਈ ਇਨਵੋਲਵਮੈਂਟ ਨਹੀਂ ਹੈ, ਪਰ ਉਸ ਦੇ ਉਲਟ ਇਹ ਗੱਲ ਕਹਿਣੀ ਕਿ ਹਾਂ ਵਾਰੀ ਆਪਾਂ ਮਾਫ ਕਰਨਾ ਮੈਂ ਤੁਹਾਨੂੰ ਟੋਕਰਿਆਂ ਵਿੱਚੋਂ ਇੱਕ ਵਾਰੀ ਫਿਰ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜਿਹੜਾ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ, ਇਹ ਜਿਹੜਾ YouTube ਚੈਨਲ ਅਤੇ ਫੇਸਬੁੱਕ ਪੇਜ ਦੇ ਉੱਪਰ ਦੇ ਵਿੱਚ ਤੁਸੀਂ ਕਮੈਂਟਾਂ ਦੇ ਜ਼ਰੀਏ ਇਸੇ ਮਾਮਲੇ ਦੇ ਨਾਲ ਜੁੜੇ ਹੋਏ ਜਿਹੜੇ ਸਵਾਲ ਹੈ ਉਹ ਤੁਸੀਂ ਆਪਣੇ ਪੁੱਛ ਸਕਦੇ ਹੋ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਉਹ ਜਿਹੜੇ ਸਵਾਲ ਤੁਹਾਡੇ ਅਸੀਂ ਜਿਹੜੇ ਆ ਉਹ ਜ਼ਰੂਰ ਰੱਖਾਂਗੇ। ਤੁਹਾਨੂੰ ਦੱਸ ਦਈਏ ਕਿ ਜਿਹੜਾ ਮਾਮਲਾ ਉਹ ਤੁਹਾਨੂੰ ਪਤਾ ਹੀ ਹੈ, ਥੰਬਨੇਲ ਦੇ ਉੱਪਰ ਤੁਸੀਂ ਪੜ੍ਹ ਲਿਆ, ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਡਰੱਗਸ ਮਾਮਲੇ ਨੂੰ ਲੈ ਕੇ ਆਮੋ ਸਾਹਮਣੇ ਨੇ, ਜਿਹੜੇ ਤੁਸੀਂ ਸਕਰੀਨ ਦੇ ਉੱਪਰ ਵੀ ਦੇਖੇ ਮੇਰੇ ਪਿੱਛੇ ਜਿਹੜੇ ਲਿਖੇ ਹੋਏ ਸੀ, ਉਹਨਾਂ ਮਾਮਲਿਆਂ ਨੂੰ ਲੈ ਕੇ ਜਿਹੜੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਦੇ ਹਾਂ। ਜੀ ਸਾਹਿਬ ਜੀ,
ਤਾਂ ਚਾਹੀਦਾ ਤਾਂ ਇਹ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਹੁਣੀ ਕਿਸੇ ਵੀ ਮੁੱਦੇ ਨੂੰ ਲੈ ਕੇ ਤੁਹਾਡੇ ਉੱਤੇ ਜਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਜਾਂ ਅਕਾਲੀ ਦਲ ਤੇ ਪ੍ਰਸ਼ਨ ਉਠਾਉਂਦੇ ਆ, ਕੋਈ ਉਹਨਾਂ ਨੂੰ ਫਿਕਸ ਨਿਰਧਾਰਤ ਕਰਦੇ, ਕੋਈ ਜ਼ਿੰਮੇਵਾਰੀਆਂ ਨਿਰਧਾਰਤ ਕਰਦੇ, ਤਾਂ ਕੁਦਰਤੀ ਤੌਰ ਤੇ ਉਹਨਾਂ ਦੇ ਜਿਹੜੇ ਕੋਈ ਬੁਲਾਰੇ ਨੇ, ਚਾਹੇ ਉਹ ਵਿਰਸਾ ਸਿੰਘ ਵਲਟਾ ਹੋਵੇ, ਪਰ ਉਹ ਚਲੋ ਦਲਜੀਤ ਸਿੰਘ ਚੀਮਾ ਹੋਣ, ਸ਼ਾਇਦ ਉਹ ਹੁਣ ਅੱਜ ਕੱਲ੍ਹ ਬੁਲਾਰੇ ਉਹ ਉਹਨੇ ਕੰਮ ਦੇ ਨਹੀਂ ਰਹੇ, ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਖੁਦ ਜਿਹੜੀ ਕਮਾਨ ਆ ਉਹ ਖੁਦ ਸੰਭਾਲ ਲਈ ਹੈ ਐਜ਼ ਅ ਸਪੋਕਸਮੈਨ ਦੀ। ਤਾਂ ਠੀਕ ਆ, ਘੱਟੋ ਘੱਟ ਤੁਸੀਂ ਉਹ ਜਿਹੜੇ ਪ੍ਰਸ਼ਨ ਉਹਨੇ ਠਾਏ ਨੇ ਉਹਨਾਂ ਦਾ ਜਵਾਬ ਦੇਣਾ ਤੁਹਾਡੀ ਡਿਊਟੀ ਬਣਦੀ ਹੈ। ਤੁਸੀਂ ਡਿਊਟੀ ਦਿਓ, ਤੁਸੀਂ ਕਹੋ, ਤਰੀਕੇ ਨਾਲ ਗੱਲ ਕਹੋ ਕਿ ਹਾਂ ਭਈ ਇਹ ਮਸਲਾ ਕੋਰਟ ਦੇ ਵਿੱਚ ਹੈਗਾ, ਕੋਰਟ 'ਚ ਖਿਲਾਓ, ਮੈਂ ਕਿਹੜਾ ਭੱਜਾਂ। ਜਿਸ ਤਰੀਕੇ ਦੀ ਸੁਖਬੀਰ ਸਿੰਘ ਬਾਦਲ ਹੁਣੀ ਗੱਲ ਕਰਦੇ ਹੁੰਦੇ ਆ, ਮੈਂ ਤਾਂ ਮਾਨਹਾਨੀ ਦਾ ਕੇਸ ਕਰ ਦੂੰਗਾ, ਇਹ ਕਰ ਦੂੰਗਾ, ਉਹ ਕਰ ਦੂੰਗਾ, ਜਾਂ ਤੇ ਇਦਾਂ ਦੀ ਗੱਲ ਕਰੋ। ਪਰ ਇਸ ਦੇ ਉਲਟ ਜਿਸ ਤਰੀਕੇ ਦਾ ਬਿਆਨ ਉਹਨੇ ਨਵਜੋਤ ਸਿੰਘ ਸਿੱਧੂ ਨਸ਼ਿਆਂ ਦੀ ਗੱਲ ਕਰਦਾ ਪਿਆ, ਇਹ ਤੂੰ ਦੁਬਾਰਾ ਜੰਪ ਆ, ਤੂੰ ਮੇਰਾ ਕੱਖ ਨਹੀਂ ਵਿਗਾੜ ਸਕਦਾ, ਇਹ ਜਿਹੜੇ ਸ਼ਬਦਾਵਲੀ ਆ ਇਹ ਕੁਦਰਤੀ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਘਬਰਾਹਟ ਦੀ ਸਥਿਤੀ, ਬੁਖਲਾਹਟ ਦੀ ਸਥਿਤੀ ਨੂੰ ਪੇਸ਼ ਕਰਦੇ ਆ। ਮੈਂ ਤੁਹਾਨੂੰ ਦੱਸ ਦੇਵਾਂ, ਇੱਕ ਆਮ ਜਿਹੜੀ ਪ੍ਰਚਲਿਤ ਗੱਲ ਆ ਕਿ ਜਦੋਂ ਬੰਦਾ ਕਿਸੇ ਕੋਲ ਡਰ ਰਿਹਾ ਹੁੰਦਾ ਨਾ, ਉਹ ਕਹਿੰਦਾ ਮੈਂ ਨਹੀਂ ਡਰਦਾ, ਜਿੱਥੇ ਮਰਜ਼ੀ ਵੇਖ ਲਾ। ਤੇ ਜਦੋਂ ਇਹ ਵਿਅਕਤੀ ਦੀ ਇੱਕ ਮਾਨਸਿਕਤਾ, ਇਹ ਸਾਈਕੋਲੋਜੀ ਦਾ ਇੱਕ ਨਿਯਮ ਆ ਜਿਹੜੀ ਹੈਗੀ ਆਪਾਂ, ਕਿ ਜਦੋਂ ਵਿਅਕਤੀ ਕਿਸੇ ਤੋਂ ਡਰ ਰਿਹਾ ਤਾਂ ਆਪਣੀ ਉਸ ਡਰ ਨੂੰ ਛੁਪਾਉਣ ਵਾਸਤੇ ਉਹ ਅਜਿਹੀ ਸ਼ਬਦਾਵਲੀ ਵਰਤਦਾ, ਹਾਂ ਭਾਈ ਕੋਈ ਗੱਲ ਨਹੀਂ, ਮੈਂ ਨਹੀਂ ਡਰਦਾ, ਜਿੱਥੇ ਮਰਜ਼ੀ ਵੇਖ ਲਈ, ਜਿੱਥੇ ਮਰਜ਼ੀ ਵੇਖ ਲਈ। ਪਰ ਅਸਲ 'ਚ ਸਥਿਤੀ ਇਹ ਹੁੰਦੀ ਕਿ ਉਸ ਵਕਤ ਉਹਨੇ ਤਾਂ ਬੜਾ ਵੱਡੇ ਤਰੀਕੇ ਦਾ ਬਿਆਨ ਦਿੱਤਾ, ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਚਾਹੇ ਦੁਬਾਰਾ ਜਨਮ ਲੈ ਲੈਣਾ ਹੋਣਾ, ਕਹਿੰਦੇ ਤਾਂ ਵੀ ਕੁਝ ਨਹੀਂ, ਮੈਂ ਉਹੀ ਗੱਲ ਕੀਤੀ ਨਾ, ਇਹ ਕਿਸਮ ਦੀ ਉਹਨਾਂ ਦੀ ਆਪਣੇ ਅੰਦਰਲੀ ਬਿਕਰਮ ਮਜੀਠੀਆ ਸਾਹਿਬ ਦੀ ਅਸੀਂ ਕਹਿ ਸਕਦੇ ਅੰਦਰਲੀ ਡਰ ਦੀ ਸਥਿਤੀ ਆ। ਇਹ ਗੱਲ ਕਹਿਣ ਦੀ ਬਜਾਏ ਜੇ ਤੁਸੀਂ ਇਹ ਗੱਲ ਕਹੋ, ਬਿਕਰਮਜੀਤ ਸਿੰਘ ਮਜੀਠੀਆ ਦੇ ਸਲਾਹਕਾਰ ਉਹਨਾਂ ਨੂੰ ਸਲਾਹ ਦੇਣ ਕਿ ਜੇਕਰ ਇਹ ਗੱਲ ਕਹਿਣ ਕਿ ਹਾਂ ਭਾਈ ਕੋਈ ਗੱਲ ਨਹੀਂ, ਕਾਨੂੰਨ ਆਪਣਾ ਰਸਤਾ ਕਰੇਗਾ, ਜੇਕਰ ਮੈਂ ਦੋਸ਼ੀ ਹਾਂ ਤਾਂ ਫਿਰ ਠੀਕ ਆ, ਨਹੀਂ ਤਾਂ ਫਿਰ ਮਾਨਹਾਨੀ ਦੇ ਕੇਸ ਵਾਸਤੇ ਤਿਆਰ ਹੈ। ਜਿਹੜੀ ਤਰੀਕੇ ਦੀ ਗੱਲ ਹੋਣੀ, ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਨੇ ਐਲੀਗੇਸ਼ਨ ਲਾਏ, ਤਾਂ ਅਰਵਿੰਦ ਕੇਜਰੀਵਾਲ ਨੇ ਅਖੀਰ ਕਿੱਥੋਂ ਤੱਕ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਉੱਪਰ ਤਾਂ ਮਾਨਹਾਨੀ ਦਾ ਕੇਸ ਕਰ ਦਿੱਤਾ ਗਿਆ ਸੀਗਾ, ਸੰਜੇ ਸਿੰਘ ਦੇ ਉੱਪਰ ਵੀ ਕਰ ਦਿੱਤਾ, ਜਾਂ ਹੋਰ ਕਾਫੀ ਲੀਡਰ ਜਿਹੜੇ ਸੀਗੇ ਆਮ ਆਦਮੀ ਪਾਰਟੀ ਉਹਨਾਂ ਦੇ ਉੱਪਰ ਜਿਹੜਾ ਕੀਤਾ ਗਿਆ ਸੀ। ਪਰ ਨਵਜੋਤ ਸਿੰਘ ਸਿੱਧੂ ਤਾਂ ਸ਼ਰੇਆਮ ਹੀ ਇੱਕ ਠੋਕੇ ਇਲਜ਼ਾਮ ਲਗਾ ਰਹੇ ਆ, ਉਹ ਤਾਂ ਬਹੁਤ ਸਿਰਫ ਇੱਕ ਤਰ੍ਹਾਂ ਦੇ ਨਹੀਂ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਆ। ਉਹਨਾਂ ਤੇ ਮਾਨਹਾਨੀ ਦਾ ਹਾਲੇ ਤੱਕ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਕਿਉਂ ਨਹੀਂ ਪਾਇਆ ਗਿਆ? ਕਾਰਨ ਤਾਂ ਫਿਰ ਇਹੋ ਹੀ ਹੈ ਨਾ, ਇਹੋ ਤਾਂ ਪ੍ਰਸ਼ਨ ਮੈਂ ਤੁਹਾਨੂੰ ਲੱਗਾ ਸਾਂ ਕਰਨ ਕਿ ਜੇਕਰ ਅਰਵਿੰਦ ਕੇਜਰੀਵਾਲ ਉਹਨਾਂ ਦਾ ਟਾਰਗੇਟ ਤੇ ਬਣ ਸਕਦਾ, ਸੰਜੇ ਸਿੰਘ ਬਣਾ ਸਕਦੇ ਨੇ, ਤਾਂ ਕੁਦਰਤੀ ਤੌਰ ਤੇ ਜੇ ਉਹ ਤੁਹਾਡੀ ਸ਼ਖਸੀਅਤ ਦੇ ਖਿਲਾਫ ਇਸ ਤਰ੍ਹਾਂ ਬੋਲਦਾ ਪਿਆ, ਤੁਸੀਂ ਉਹਦੇ ਖਿਲਾਫ ਕਰੋ। ਪਰ ਜਦੋਂ ਇਸ ਦਾ ਅਰਥ ਤੇ ਸੁਖਵਿੰਦਰ ਜੀ ਫਿਰ ਇਹੋ ਹੀ ਨਿਕਲਦੇ ਨੇ ਕਿ ਕਿਤੇ ਨਾ ਕਿਤੇ ਫਿਰ ਚੋਰ ਦੀ ਦੜ 'ਚ ਤਿਨਕਾ ਤਾਂ ਫਿਰ ਹੈ ਹੀ ਹੈ ਨਾ, ਜਿਹੜਾ ਬੰਦਾ ਉਸ ਮਸਲੇ ਵੱਲ ਹੀ ਨਹੀਂ ਆਉਂਦਾ। ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਆਈਜੀ ਕੰਵਰ ਵਿਜੇ ਪ੍ਰਤਾਪ ਸਿੰਘ ਹਨ, ਉਹਨਾਂ ਨਾਲ ਵੀ ਇੱਕ ਵਾਰੀ ਆਪਸੀ ਗੱਲਬਾਤ ਕਰਦਾ ਜਿਹੜਾ ਮੌਕਾ ਮਿਲਿਆ, ਤਾਂ ਉਹਨਾਂ ਨੇ ਵੀ ਇਹ ਗੱਲ ਕਹੀ, ਬੜਾ ਕੁਝ ਕਿਹਾ, ਕਹਿੰਦਾ ਬਹੁਤ ਕੁਝ ਕੱਚਾ ਚਿੱਠਾ ਇਹ ਆਉਣ ਤਾਂ ਸਹੀ ਕਿ ਮੇਰੇ ਖਿਲਾਫ ਮਾਨਹਾਨੀ ਦਾ ਦਾਅਵਾ ਤਾਂ ਕਰਨ, ਇਹ ਨਾ ਇੰਡੀਆ ਛੱਡਣ ਵਾਸਤੇ ਮਜਬੂਰ ਹੋ ਕੇ ਤਾਂ ਗੱਲ ਕਰਿਓ। ਕਹਿਣ ਦਾ ਅਰਥ ਹੈ ਕਿ ਨਵਜੋਤ ਸਿੱਧੂ ਨੂੰ ਜੇਕਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਉਦੋਂ ਵੀ ਤੁਹਾਨੂੰ ਚੇਤਾ ਹੋਊਗਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜਾ ਕੁਮਰ ਵਿਜੇ ਪ੍ਰਤਾਪ ਦੇ ਉੱਪਰ ਮਾਨਹਾਨੀ ਦਾ ਜਿਹੜਾ ਮੁਕੱਦਮਾ ਠੋਕਾਂਗੇ, ਉਹਦੇ ਉੱਪਰ ਮੁਕੱਦਮਾ ਜਿਹੜਾ ਦਾਇਰ ਕਰਾਂਗੇ ਮਾਨਹਾਨੀ ਦਾ। ਪਰ ਹਾਲੇ ਤੱਕ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਸ਼ਾਇਦ ਕੋਈ ਖਬਰ ਸਾਨੂੰ ਸੁਣਾਈ ਨਹੀਂ ਦਿੱਤੀ, ਨਾ ਤੁਹਾਨੂੰ ਦੇਖੀ ਹੈ, ਨਾ ਕੋਈ ਬਿਆਨ ਦੇਖਿਆ ਕਿ ਭਾਈ ਅਸੀਂ ਮੁਕੱਦਮਾ ਜਿਹੜਾ ਉਹਦੇ ਤੇ ਠੋਕਦਾ। ਜੀ ਆਂਟੀ ਸਾਹਿਬ ਕਿਵੇਂ ਦੇਖਦੇ ਹੋ ਕਿ ਸੁਖਬੀਰ ਸਿੰਘ ਬਾਦਲ ਹੋਰੀ, ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਕਿ ਬਾਰ-ਬਾਰ ਗੱਲ ਕਹਿੰਦੇ ਸੀ ਕਿ ਮੈਂ ਹੁਣ ਕੁਮਰ ਵਿਜੇ ਪ੍ਰਤਾਪ ਦੇ ਉੱਪਰ ਮੁਕੱਦਮਾ ਠੋਕੂੰਗਾ, ਪਰ ਹਾਲੇ ਤੱਕ ਠੋਕਿਆ ਨਹੀਂ ਗਿਆ? ਅਸਲ 'ਚ ਚਲੋ ਪਤਾ ਨਹੀਂ, ਗੱਲ ਆਪਣੀ ਕਿਸੇ ਦੂਜੇ ਵਿਸ਼ੇ ਨੂੰ ਪੁਆਇੰਟ ਨੂੰ ਚਲੇ ਜਾ, ਦੂਜੀ ਦਿਸ਼ਾ ਵੱਲ ਜਾ ਸਕਦੀ ਹੈ। ਸੁਖਬੀਰ ਸਿੰਘ ਬਾਦਲ ਦੇ ਇਹੋ ਜਿਹੇ ਬਿਆਨ ਜਿਹੜੇ ਨਾ ਕੋਈ ਜ਼ਿਆਦਾ ਮਹੱਤਵ ਨਹੀਂ ਰੱਖਦੇ, ਉਹ ਹਮੇਸ਼ਾ ਜੋ ਕਰਦੇ ਉਹ ਕਦੀ ਕਰਦੇ ਕਹਿੰਦੇ ਨਹੀਂ। ਤੁਹਾਨੂੰ ਯਾਦ ਹੋਣਾ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਸੰਦਰਭ ਪ੍ਰਸੰਗ ਦੇ ਵਿੱਚ ਮਾਨਹਾਨੀ ਦਾ ਦਾਅਵਾ ਕਰਨ ਤੋਂ ਪਹਿਲਾਂ ਵੀ ਇੱਕ ਜਿਹੜੀ ਡੇਰਾ ਪ੍ਰੇਮਾ ਜਿਹਨੇ ਇਹ ਗੱਲ ਕਹੀ ਸੀ ਕਿ ਜਿਹੜੀ ਪਾਪਾ ਜੀ ਦੀ ਜਿਹੜੀ ਡਰੈਸ ਆ, ਪਿਤਾ ਜੀ ਦੀ ਡਰੈਸ ਆ ਸਰਸੇ ਵਾਲੇ ਦੀ, ਸੱਚੇ ਸੌਦੇ ਵਾਲੇ ਸਾਧ, ਉਹ ਸੁਖਬੀਰ ਬਾਦਲ ਨੇ ਭੇਜੀ ਆ। ਉਦੋਂ ਵੀ ਸੁਖਬੀਰ ਬਾਦਲ ਨੇ ਕਿਹਾ ਮੈਂ ਮਾਨਹਾਨੀ ਦਾ ਕੇਸ ਕਰੂੰਗਾ, ਉਹ ਕਰਦੇ ਕਰਾਉਂਦੇ ਹੈ ਨਹੀਂ। ਚਲੋ ਉਹਨਾਂ ਦੀ ਇੱਕ ਸ਼ਖਸੀਅਤ ਦਾ, ਉਹਨਾਂ ਦਾ ਇੱਕ ਖਾਸਾ ਪੱਖ ਆ, ਔਰ ਪੰਜਾਬ ਦੇ ਲੋਕ ਵੀ ਜ਼ਿਆਦਾ ਉਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਸੁਖਬੀਰ ਸਿੰਘ ਬਾਦਲ ਹੋਣਾ ਦੇ, ਕਿਉਂਕਿ ਉਹ ਕਈ ਕੁਝ ਵੈਸੇ ਭੁਲੇਖੇ ਜਿਹੇ ਕਈ ਵਾਰੀ ਕਹਿ ਜਾਂਦੇ ਜਾਂ ਮੂਡ 'ਚ ਆਇਆ ਕੁਝ ਕਹਿ ਜਾਂਦੇ ਨੇ। ਸੋ ਸ਼ਾਇਦ ਸਾਡਾ ਇਹ ਵਿਸ਼ਾ ਨਹੀਂ ਹੈ। ਹਾਂ, ਜਿਹੜੀ ਗੱਲ ਮੈਂ ਕਰਦਾ, ਜਿਹੜੀ ਤੁਸੀਂ ਗੱਲ ਕੀਤੀ ਕਿ ਜੇਕਰ ਅਰਵਿੰਦ ਕੇਜਰੀਵਾਲ ਟਾਰਗੇਟ ਬਣ ਸਕਦਾ, ਸੰਜੇ ਸਿੰਘ ਬਣ ਸਕਦਾ, ਔਰ ਉਹ ਦੂਸਰੇ ਬੰਦੇ ਉਹ ਬੰਦੇ ਮਾਫੀ ਮੰਗ ਕੇ ਆਪਣੀ ਜਾਨ ਛਡਾਉਂਦੇ ਆ, ਤਾਂ ਫਿਰ ਨਵਜੋਤ ਸਿੱਧੂ ਕਿਉਂ ਨਹੀਂ? ਨਵਜੋਤ ਸਿੱਧੂ ਇਸ ਕਰਕੇ ਨਹੀਂ ਕਿਉਂਕਿ ਨਵਜੋਤ ਸਿੱਧੂ ਕੋਲ ਜਿਹੜੇ ਨਾ ਪੂਰਨ ਤੌਰ ਤੇ ਜਿਸ ਤਰੀਕੇ ਨਾਲ ਕਹਿੰਦਾ ਕਿ ਮੇਰੇ ਕੋਲ ਸਬੂਤ ਨੇ, ਮੇਰੇ ਕੋਲ ਪ੍ਰਮਾਣ ਨੇ, ਜਿਸ ਤਰੀਕੇ ਦਾ ਉਸ ਦਿਨ ਉਹਨਾਂ ਨੇ ਜਗਜੀਤ ਸਿੰਘ ਚਾਹਲ ਦੀ ਜਿਹੜੀ ਆ ਕਿੱਥੋਂ ਰਿਪੋਰਟ ਜਿਹੜੀ ਉਹਨਾਂ ਦੇ ਬਿਆਨ ਜਿਹੜੇ ਸੀ ਉਹ ਪ੍ਰੈਸ ਨੂੰ ਜਾਰੀ ਕੀਤੇ, ਉਹ ਦਿਖਾਇਓ 2018 ਚ ਉਹਨਾਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ। ਮਜ਼ਾ ਤਾਂ ਸੀ ਕਿ ਇਹਦੇ ਕਾਊਂਟਰ ਦੇ ਵਿੱਚ ਬਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਕਰਦਾ,
ਔਰ ਉਹਦੇ ਸੰਬੰਧ 'ਚ ਜਿਹੜੇ ਸਵਾਲ ਉਠਾਏ ਗਏ ਸੀ ਉਹਨਾਂ ਦੇ ਜਵਾਬ ਦਿੱਤੇ ਜਾਂਦੇ। ਇੱਕ ਗੱਲ ਹੋਰ ਆ ਜੀ, ਸਾਨੂੰ ਚੇਤਾ ਆ ਗਿਆ ਕਿ ਉਹ ਲੈ ਕੇ ਆਏ ਸਬੂਤ ਲੈ ਕੇ ਆਏ। ਮੇਰੀ ਕੱਲ ਜਿਹੜੇ ਸਾਬਕਾ ਜਸਟਿਸ ਜੋਰਾ ਸਿੰਘ ਨੇ ਉਹਨਾਂ ਦੇ ਨਾਲ ਇੰਟਰਵਿਊ ਹੋਈ ਸੀ, ਤਾਂ ਉਹਨਾਂ ਨੇ ਵੀ ਇਹ ਗੱਲ ਕਹੀ, ਕਹਿੰਦੇ ਕਿ ਜਦੋਂ ਮੈਂ ਬੇਅਦਬੀ ਮਾਮਲਿਆਂ ਤੇ ਗੋਲੀकांड ਦੇ ਮਾਮਲਿਆਂ ਦੀ ਕਹਿੰਦੇ ਜਾਂਚ ਕਰ ਰਿਹਾ ਸੀ, ਤਾਂ ਉੱਥੇ ਜਿਹੜੇ ਚੌਂਕ ਦੇ ਵਿੱਚ ਕਹਿੰਦੇ ਕੈਮਰੇ ਲੱਗੇ ਹੋਏ ਸੀ ਜਿਨ੍ਹਾਂ ਦੇ ਵਿੱਚ ਪੂਰੀ CCTV ਫੁਟੇਜ ਸਾਰੇ ਆਪਣੇ ਦਰਸ਼ਕਾਂ ਨੇ ਵੀ ਦੇਖੀ ਹੋਊਗੀ। ਕਹਿੰਦੇ ਕਿ ਉਹ ਜਦੋਂ ਮੈਂ ਖੰਗਾਲਣ ਗਿਆ ਤਾਂ ਪੁਲਿਸ ਕਹਿੰਦੇ ਇਹ ਗੱਲ ਕਹਿੰਦੀ ਰਹੀ ਤੇ ਉੱਥੇ ਲੋਕ ਇਹ ਗੱਲ ਕਹਿੰਦੇ ਰਹੇ ਕਿ ਭਾਈ ਇਹਨਾਂ ਕੈਮਰਿਆਂ ਦੇ ਵਿੱਚ ਤਾਂ ਟਰੱਕ ਜਿਹੜਾ ਵੱਜ ਗਿਆ ਸੀ ਤੇ ਕੈਮਰੇ ਖਰਾਬ ਹੋ ਗਏ ਸੀ, ਜਿਹਦੇ ਕਰਕੇ ਫੁਟੇਜ ਕਿਤੇ ਹੈ ਹੀ ਨਹੀਂ। ਤਾਂ ਅਚਾਨਕ 2-3 ਸਾਲ ਬਾਅਦ ਜਿਹੜਾ ਹੈਗਾ, ਮਾਫ ਕਰਨਾ ਜੇ ਮੈਂ ਸਮਾਂ ਵਾਧਾ ਘਾਟਾ ਹੋ ਗਿਆ ਹੋਇਆ, ਤਾਂ ਨਵਜੋਤ ਸਿੰਘ ਸਿੱਧੂ ਅਚਾਨਕ ਕਾਫੀ ਲੰਬਾ ਸਮੇਂ ਤੋਂ ਬਾਅਦ ਵੀਡੀਓ ਕੱਢ ਕੇ ਲੈ ਆਉਂਦੇ ਨੇ, ਤੇ ਉਸੇ ਤਰੀਕੇ ਦੇ ਨਾਲ ਹੀ ਹੁਣ ਇਸੇ ਮਾਮਲੇ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਸਬੂਤ ਕੱਢ ਕੇ ਲੈ ਕੇ ਆਉਂਦੇ ਨੇ। ਕਿਵੇਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਸਰਕਾਰ ਦੀ, ਮੌਜੂਦਾ ਸਰਕਾਰ ਦੀ ਪਿਛਲੀ ਸਰਕਾਰ ਦੇ ਨਾਲ ਜਿਹੜੀ ਮਿਲੀ ਭੁਗਤ ਦੀ ਨਵਜੋਤ ਗੱਲ ਕਰਦੇ ਆ, ਕਿਤੇ ਉਹ ਗੱਲ ਸਹੀ ਤੇ ਨਹੀਂ? ਬਿਲਕੁਲ ਜੀ, ਬਿਲਕੁਲ। ਇਹ ਤੇ ਕੋਈ ਸ਼ੱਕ ਕੋਈ ਨਹੀਂ ਹੁਣ ਰਹਿ ਗਿਆ। ਉਹ ਵੀਡੀਓ ਨਾ ਤਾਂ ਪਿਛਲੀ ਸਰਕਾਰ ਨੂੰ ਮਿਲੀ ਸੀ, ਨਾ ਇਸ ਵਾਲੀ ਸਰਕਾਰ ਨੂੰ ਮਿਲੀ ਸੀ, ਨਾ ਉਹਨਾਂ ਦੇ ਕਮਿਸ਼ਨ ਨੂੰ, ਪਰ ਨਵਜੋਤ ਸਿੰਘ ਸਿੱਧੂ ਕੱਢ ਲਿਆ ਸੀ। ਨਵਜੋਤ ਸਿੰਘ ਸਿੱਧੂ ਤਾਂ ਕੱਢ ਕੇ ਲਿਆਦੇ ਕਿਉਂਕਿ ਉਹ ਇਸ ਸਰਕਾਰ ਦਾ ਹਿੱਸਾ ਨੇ, ਤੇ ਸਰਕਾਰ ਦੀਆਂ ਜਿਹੜੀਆਂ 75-25 ਦੀਆਂ ਜਿਹੜੀਆਂ ਗੱਲਾਂ ਨੇ, ਜਾਂ ਇਹ ਸਰਕਾਰ ਕਿਸ ਤਰੀਕੇ ਨਾਲ ਬਾਦਲਾਂ ਦੇ ਸੰਬੰਧ ਦੇ ਵਿੱਚ ਉਹਨਾਂ ਨਾਲ ਝੁਕਦੀ ਰਹੀ ਆ, ਤਾਂ ਜਿਸ ਕਰਕੇ ਨਵਜੋਤ ਸਿੱਧੂ ਇਲਜ਼ਾਮ ਲਾਉਂਦੇ ਰਹੇ ਨੇ। ਉਹ ਇਲਜ਼ਾਮ ਵੈਸੇ ਨਹੀਂ ਲੱਗਦੇ, ਤੱਥਾਂ ਦੇ ਆਧਾਰ ਤੇ ਲੱਗਦੇ ਰਹੇ ਨੇ, ਕਿਉਂਕਿ ਨਵਜੋਤ ਸਿੱਧੂ ਵੀ ਉਸੇ ਮਸ਼ੀਨਰੀ ਦਾ ਇੱਕ ਪੁਰਜਾ ਆ ਜਿਹੜੀ ਮਸ਼ੀਨਰੀ ਦਾ ਮੁਖੀ ਕੈਪਟਨ ਅਮਰਿੰਦਰ ਸਿੰਘ। ਸਾਡੇ ਦੇਖਣ ਵਾਲੀ ਗੱਲ ਹੋਊਗੀ ਕਿ ਫਿਰ ਕਿਉਂਕਿ ਹੁਣ ਜਿਸ ਤਰੀਕੇ ਨਾਲ ਲੜਾਈ ਪਹੁੰਚੀ ਹੋਈ ਆ, ਆਖਰੀ ਸੀਮਾ ਤੇ ਲੱਗ ਰਹੀ ਹੈ, ਦੇਖਣ ਵਾਲੇ ਗੱਲ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਲੜਾਈ ਹੁਣ ਮੋੜ ਕਿੱਧਰ ਨੂੰ ਲੈਂਦੀ ਹੈ। ਤਾਨਕੀ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਦਰਾਈ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮਸਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਥੋੜਾ ਜਿਹਾ ਕੀਤੀ ਗੱਲਬਾਤ ਤੁਹਾਨੂੰ ਵੀ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।